पवित्र करने वाला मेरा मालिक तू है हर बार हालेलुया तेरे हजूर यीशु जी मैं आया तेरे हजूर यीशु जी मैं आया आनंद शांति पाए खाली दिल नू मैं हाले आया खाली दिल नू मैं हाले आया पाक रूदी बरकत पाए तेरे हजूर यीशु जी मैं आया तेरे हजूर यीशु जी मैं आया ਬੀਤੇ ਸਮੇਂ ਦੇ ਵਿੱਚ ਖੁਦਾ ਨੇ ਸਾਨੂੰ ਬਚਾ ਕੇ ਰੱਖਿਆ ਪਵਿੱਤਰ ਹੱਥਾਂ ਵਿੱਚ ਆਪਣੀ ਸ਼ਰਨ ਦੇ ਵਿੱਚ ਮਹਿਫੂਜ਼ ਰੱਖਿਆ ਹੈ ਉਹਦੀ ਸ਼ੁਕਰਗੁਜ਼ਾਰੀ ਖੁਦਾ ਕੀ ਪੇਂਟ ਕਰੀਏ ਗੁਜ਼ਾਰਿਸ਼ ਕਰੀਏ ਕਿ ਆਉਣ ਵਾਲਾ ਸਮਾਂ ਪ੍ਰਭੂ ਦੀ ਰਹਿਮਤ ਦੇ ਵਿੱਚ ਪ੍ਰਭੂ ਦੀ ਕਿਰਪਾ ਦੇ ਵਿੱਚ ਬੀਤੇ ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਸਾਰਿਆਂ ਦੇ ਨਾਲ ਹੋਵੇ ਅਤੇ ਤੁਹਾਡੇ ਨਾਲ ਵੀ ਹੋਵੇ। ਜਿਉਂਦੇ ਖੁਦਾ ਦੇ ਵਿੱਚ ਮੇਰੇ ਪਿਆਰੇ ਭਰਾ ਭੈਣ ਤੇ ਬੱਚਿਓ ਅੱਜ ਅਸੀਂ ਇੱਕ ਵਾਰ ਫਿਰ ਪ੍ਰਭੂ ਦੇ ਚਰਨਾਂ ਵਿੱਚ ਆਏ ਹਾਂ ਆਪਣੇ ਆਪ ਨੂੰ ਆਪਣੇ ਜੀਵਨ ਨੂੰ ਤੇ ਖਾਸ ਤੌਰ ਤੇ ਜੋ ਇਹ ਸਮਾਂ ਚੱਲ ਰਿਹਾ ਹੈ ਅਨਿਸ਼ਚਿਤਤਾ ਦਾ ਸਾਨੂੰ ਕੁਝ ਪਤਾ ਨਹੀਂ ਕਿ ਕਦੋਂ ਕੀ ਹੋ ਰਿਹਾ ਹੈ ਕਿੱਦਾਂ ਫੈਲ ਰਿਹਾ ਹੈ ਤੇ ਆਪਣੀ ਜੋ ਜੀਵਨ ਸ਼ੈਲੀ ਹੈ ਉਸ ਵਿੱਚ ਬਹੁਤ ਤਬਦੀਲੀ ਆਉਂਦੀ ਜਾ ਰਹੀ ਹੈ ਇਸ ਸਮੇਂ ਵਿੱਚੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਕੁਝ ਵੀ ਸਾਡੇ ਜੀਵਨ ਦੇ ਵਿੱਚ ਉਹ ਸਥਾਈ ਨਹੀਂ ਹੈ ਹਰ ਚੀਜ਼ ਦਾ ਜੋ ਵਜੂਦ ਹੈ ਉਹ ਸਮੇਂ ਦੇ ਅਨੁਸਾਰ ਸਥਿਤੀਆਂ ਦੇ ਅਨੁਸਾਰ ਬਦਲਦਾ ਜਾ ਰਿਹਾ ਹੈ ਪਰ ਜਿਉਂਦਾ ਖੁਦਾ ਜੋ ਸਾਨੂੰ ਆਪਣੇ ਪਿਆਰ ਨਾਲ ਭਰਪੂਰ ਕਰਦਾ ਹੈ ਆਪਣੀ ਰਹਿਨੁਮਾਈ ਨਾਲ ਭਰਪੂਰ ਕਰਦਾ ਹੈ ਉਸ ਦਾ ਹਮੇਸ਼ਾ ਨਾਲ ਸਾਡੇ ਨਾਲ ਵਾਦਾ ਇਹੀ ਹੈ ਕਿ ਯੁੱਗਾਂ ਦੇ ਅੰਤ ਤੱਕ ਮੈਂ ਤੁਹਾਡੇ ਨਾਲ ਰਵਾਂਗਾ ਤਾਂ ਜੋ ਹੀ ਜਿਉਂਦਾ ਖੁਦਾ ਸਾਡੇ ਵਿੱਚ ਸਾਡੇ ਜੀਵਨ ਦੇ ਵਿੱਚ ਆਉਣਾ ਚਾਹੁੰਦਾ ਹੈ ਤੇ ਸਾਨੂੰ ਦੱਸਣਾ ਚਾਹੁੰਦਾ ਹੈ ਕਿ ਜਦੋਂ ਵੀ ਅਸੀਂ ਆਪਣਾ ਭਰੋਸਾ ਦੁਨਿਆਵੀ ਚੀਜ਼ਾਂ ਉੱਤੇ ਰੱਖਦੇ ਹਾਂ ਉਹ ਸਮੇਂ ਦੇ ਅਨੁਸਾਰ ਸਥਿਤੀ ਦੇ ਅਨੁਸਾਰ ਬਦਲ ਜਾਂਦੀਆਂ ਨੇ ਉਹਨਾਂ ਦਾ ਜੋ ਵਜੂਦ ਹੈ ਉਹਨਾਂ ਦੀ ਜੋ ਐਕਸਿਸਟੈਂਸ ਹੈ ਉਹਦੇ ਵਿੱਚ ਹੀ ਤਬਦੀਲੀ ਆ ਜਾਂਦੀ ਹੈ ਇੱਥੇ ਤੱਕ ਜਦੋਂ ਅਸੀਂ ਇਨਸਾਨਾਂ ਉੱਤੇ ਵੀ ਜ਼ਿਆਦਾ ਭਰੋਸਾ ਰੱਖਦੇ ਹਾਂ ਉਹ ਵੀ ਤਬਦੀਲ ਹੋ ਜਾਂਦੇ ਨੇ ਪਰ ਜੋ ਕੋਈ ਖੁਦਾ ਉੱਤੇ ਭਰੋਸਾ ਰੱਖਦਾ ਹੈ ਉਹ ਕਦੇ ਵੀ ਨਿਰਾਸ਼ ਨਹੀਂ ਹੁੰਦਾ ਕਿਉਂਕਿ ਪ੍ਰਭੂ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਹੈ ਉਸ ਦਾ ਪਿਆਰ ਦਾ ਹੁਕਮ ਜੋ ਉਸਨੇ ਦਿੱਤਾ ਸੀ ਉਹ 2000 ਸਾਲ ਪਹਿਲਾਂ ਵੀ ਉਹੀ ਹੈ ਅੱਜ ਵੀ ਉਹੀ ਹੈ ਤੇ ਹਮੇਸ਼ਾ ਤੱਕ ਇੱਕੋ ਜਿਹਾ ਹੀ ਰਹੇਗਾ ਜਦੋਂ ਪ੍ਰਭੂ ਨੇ ਕਿਹਾ ਕਿ ਥੱਕੇ ਮਨ ਦੇ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦਵਾਂਗਾ ਤੇ ਉਹ ਜੋ ਵਾਅਦਾ ਸਿਰਫ ਉਸ ਸਮੇਂ ਦੇ ਅਨੁਸਾਰ ਤਬਦੀਲ ਨਹੀਂ ਹੋ ਗਿਆ ਅੱਜ ਵੀ ਉਹ ਜੋ ਹੁਕਮ ਹੈ ਉਹ ਜੋ ਪਿਆਰ ਹੈ ਉਹ ਸੱਦਾ ਹੈ ਅੱਜ ਵੀ ਕਾਇਮ ਹੈ ਤੇ ਆਓ ਅਸੀਂ ਜਿਉਂਦੇ ਖੁਦਾ ਦੇ ਅੱਗੇ ਆਪਣੀ ਕਮਜ਼ੋਰੀਆਂ ਗਲਤੀਆਂ ਨੂੰ ਕਬੂਲ ਕਰੀਏ ਉਹ ਮੌਕੇ ਜਦੋਂ ਅਸੀਂ ਖੁਦਾ ਨਾਲੋਂ ਜ਼ਿਆਦਾ ਇਨਸਾਨਾਂ ਦੇ ਉੱਤੇ ਦੁਨਿਆਵੀ ਚੀਜ਼ਾਂ ਉੱਤੇ ਆਪਣਾ ਭਰੋਸਾ ਰੱਖਿਆ ਹੈ ਤੇ ਉਹਨਾਂ ਸਭ ਮੌਕਿਆਂ ਨੂੰ ਖੁਦਾ ਕੇ ਸਮਰਪਿਤ ਕਰਦੇ ਹੋਏ ਪ੍ਰਭੂ ਤੋਂ ਮਾਫੀ ਮੰਗੀਏ ਅਤੇ ਉਸ ਤੋਂ ਸ਼ਿਫਾ ਹਾਸਲ ਕਰੀਏ मैं सोच
ਸ਼ਕਤੀਮਾਨ ਖੁਦਾ ਸਾਡੇ ਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵਕ ਜੀਵਨ ਦੇ ਵੱਲ ਪਹੁੰਚਾਵੇ। ਆਮੀਨ। प्रभु दया करो, हे प्रभु दया करो, हे मसीह दया करो, हे मसीह दया करो, हे प्रभु दया करो, हे प्रभु दया करो। सूर्य के बीच वड्याई, महिमा होवे खुदा की, करती होते एक नियत लोकानी विच शांति। स्वर्ग दे विच वड्याई, ਅਸੀਂ ਤੇਰੇ ਗਾਉਂਦੇ ਹਾਂ ਕਿ ਤਨ ਤਨ ਤੈਨੂੰ ਕਹਿੰਦੇ ਹਾਂ, ਕਰਦੇ ਆਰਾਧਨਾ ਤੇ ਮਹਿਮਾ ਤੇਰੀ ਗਾਉਂਦੇ ਹਾਂ। ਤੇਰੀ ਬੜੀ ਸ਼ਾਨ ਦੇ ਕਾਰਨ ਸ਼ੁਕਰ ਤੇਰਾ ਅਸੀਂ ਕਰਦੇ ਹਾਂ। ਸੁਰਗ ਦੇ ਪਾਤਸ਼ਾਹ ਖੁਦਾ, ਆਪ ਕੁਦਰਤ ਵਾਲੇ ਖੁਦਾ, ਸੁਰਗ ਦੇ ਵਿੱਚ ਵਡਿਆਈ। ਮਸੀਹ ਇਕਲੌਤੇ ਬੇਟੇ, ਬਾਪ ਦੇ ਬੇਟੇ, ਪ੍ਰਭੂ ਖੁਦਾ, ਬਾਪ ਦਾ ਬੇਟਾ ਦੁਨੀਆ ਦੇ ਪਾਪਾਂ ਨੂੰ ਚੁੱਕ ਲੈ ਜਾਂਦਾ। ਜਿਨ੍ਹਾਂ ਸੁਣ ਲੈ ਸਾਰੀਆਂ ਤੂੰ ਬਾਪ ਦੇ ਸੱਚ ਬੈਠਾ ਹੈ। ਦਇਆ ਤੂੰ ਕਰੇ ਹੁਣ ਸਾਡੇ ਉੱਤੇ, ਤੂੰ ਹੀ ਸੂਰਜ ਹੈ ਖੁਦਾ, ਸੁਰਗ ਦੇ ਵਿੱਚ ਵਡਿਆਈ। ਇਕੱਲਾ ਪਰਮੇਸ਼ਰ ਪਰਮ ਉੱਚਾ ਹੈ ਖੁਦਾ, ਹੈ ਮਸੀਹਾ ਸ਼ਾਨ ਵਿੱਚ ਤੂੰ ਆਪ ਦੇ ਰੂਪ ਆਖਣਾ। ਸੁਰਗ ਦੇ ਵਿੱਚ ਵਡਿਆਈ, ਮਹਿਮਾ ਹੋਵੇ ਖੁਦਾ ਦੀ, ਧਰਤੀ ਉੱਤੇ ਇੱਕ ਨਿਯਤ ਲੋਕਾਂ ਦੇ ਵਿੱਚ ਸ਼ਾਂਤੀ। ਸੁਰਗ ਦੇ ਵਿੱਚ ਅਸੀਂ ਪ੍ਰਾਰਥਨਾ ਕਰੀਏ ਸਮੁੱਚੇ ਸੰਸਾਰ ਦੇ ਲਈ, ਖਾਸ ਤੌਰ ਤੇ ਜੋ ਬਿਮਾਰ ਲਾਚਾਰ ਨੇ, ਜੋ ਬਿਮਾਰੀ ਨਾਲ ਪੀੜਿਤ ਨੇ ਅਤੇ ਆਪਣੇ ਜੀਵਨ ਦੇ ਵਿੱਚ ਉਮੀਦ ਨੂੰ ਖੋ ਰਹੇ ਨੇ, ਉਹਨਾਂ ਸਭ ਲੋਕਾਂ ਲਈ ਖੁਦਾ ਅੱਗੇ ਪ੍ਰਾਰਥਨਾ ਕਰੀਏ ਤਾਂ ਜੋ ਪਰਮੇਸ਼ਵਰ ਦਾ ਦਿਲਾਸਾ ਬਣੇ ਤੇ ਆਪਣੇ ਪਰਿਵਾਰ ਦੀਆਂ, ਪਿੰਡ ਦੀਆਂ ਹਰੇਕ ਜ਼ਰੂਰਤ ਅਤੇ ਹਰੇਕ ਸੁਰੱਖਿਆ ਦੇ ਲਈ ਖੁਦਾ ਨੂੰ ਪੁਕਾਰਦੇ ਹੋਏ ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ, ਆਪਣੇ ਇਮਾਨਦਾਰਾਂ ਦੇ ਉੱਤੇ ਤਰਸ ਖਾ ਕੇ ਸਾਡੇ ਲਈ ਆਪਣੇ ਫਜ਼ਲ ਦੇ ਖਜ਼ਾਨੇ ਦਾ ਤੋਹਫਾ ਪ੍ਰਦਾਨ ਕਰ। ਬਖਸ਼ ਦੇ ਕਿ ਈਮਾਨ, ਉਮੀਦ ਅਤੇ ਪਿਆਰ ਦੇ ਵਿੱਚ ਸਰਗਰਮ ਹੋ ਕੇ ਅਸੀਂ ਹਮੇਸ਼ਾ ਤੇਰੇ ਹੁਕਮਾਂ ਦੇ ਪ੍ਰਤੀ ਵਫਾਦਾਰ ਰਹਿ ਸਕੀਏ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪਾਠ ਪਹਿਲਾ।
प्रभु खुदा के अलावा ਹੋਰ ਕੋਈ ਨਹੀਂ ਹੈ। ਉਹੀ ਸਾਰੀ ਸ੍ਰਿਸ਼ਟੀ ਦੀ ਰਖਵਾਲੀ ਕਰਨ ਵਾਲਾ ਹੈ। ਇਸ ਗੱਲ ਦਾ ਧਿਆਨ ਹੋਣਾ ਖੁਦਾ ਵਾਸਤੇ ਨਹੀਂ ਸਗੋਂ ਸਾਡੇ ਲਈ ਲਾਭਦਾਇਕ ਹੈ ਕਿ ਅਸੀਂ ਖੁਦਾ ਦੇ ਬਾਰੇ ਗਿਆਨ ਰੱਖਦੇ ਹਾਂ, ਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਉਹ ਸਾਡਾ ਰੱਖਿਅਕ ਹੈ। ਜਨਾਏ ਦਾ ਗ੍ਰੰਥ 12 ਬਾਬ 13 ਤੋਂ ਅਤੇ 16 ਤੋਂ 19 ਆਇਤ। ਪਾਪ ਤੋਂ ਬਾਅਦ ਤੂੰ ਸਾਨੂੰ ਪਛਤਾਵਾ ਕਰਨ ਦਾ ਮੌਕਾ ਦੇਵੇਗਾ। ਐ ਪ੍ਰਭੂ, ਤੇਰੇ ਤੋਂ ਇਲਾਵਾ ਹੋਰ ਕੋਈ ਦੇਵਤਾ ਨਹੀਂ। ਤੂੰ ਹੀ ਸਾਰੀ ਸ੍ਰਿਸ਼ਟੀ ਦੀ ਰੱਖਿਆ ਕਰਦਾ ਹੈ। ਇਹ ਜ਼ਰੂਰੀ ਨਹੀਂ ਕਿ ਤੂੰ ਕਿਸੇ ਹੋਰ ਨੂੰ ਇਹ ਦੱਸੇ ਕਿ ਤੇਰੇ ਸਾਰੇ ਹੁਕਮ ਸਹੀ ਹਨ। ਤੇਰਾ ਨਿਆਂ ਤੇਰੀ ਕੁਦਰਤ ਤੇ ਆਧਾਰਿਤ ਹੁੰਦਾ ਹੈ। ਤੂੰ ਸਭ ਦਾ ਪ੍ਰਭੂ ਹੈ ਅਤੇ ਇਸ ਲਈ ਸਭ ਉੱਤੇ ਦਇਆ ਕਰਦਾ ਹੈ। ਤੂੰ ਆਪਣੀ ਕੁਦਰਤ ਉਦੋਂ ਪ੍ਰਗਟ ਕਰਦਾ ਹੈ ਜਦ ਤੇਰੀ ਸ਼ਕਤੀ ਉੱਤੇ ਸ਼ੱਕ ਕੀਤਾ ਜਾਂਦਾ ਹੈ। ਤੂੰ ਉਹਨਾਂ ਨੂੰ ਸਜ਼ਾ ਦਿੰਦਾ ਹੈ ਜੋ ਤੈਨੂੰ ਪ੍ਰਭੂ ਜਾਣਦੇ ਹੋਏ ਵੀ ਤੇਰੇ ਖਿਲਾਫ ਹੋ ਜਾਂਦੇ ਹਨ। ਤੂੰ ਸ਼ਕਤੀਸ਼ਾਲੀ ਹੁੰਦੇ ਹੋਏ ਵੀ ਪੂਰੀ ਉਦਾਰਤਾ ਨਾਲ ਨਿਆਂ ਕਰਦਾ ਹੈ ਅਤੇ ਆਪਣੀ ਕਿਰਪਾ ਨਾਲ ਸਾਡੇ ਉੱਤੇ ਰਾਜ ਕਰਦਾ ਹੈ, ਕਿਉਂਕਿ ਤੂੰ ਆਪਣੀ ਇੱਛਾ ਨਾਲ ਆਪਣੀ ਕੁਦਰਤ ਜ਼ਾਹਿਰ ਕਰਦਾ ਹੈ। ਇਸ ਪ੍ਰਕਾਰ ਤੂੰ ਆਪਣੀ ਪ੍ਰਜਾ ਨੂੰ ਇਹ ਸਿੱਖਿਆ ਦਿੱਤੀ ਕਿ ਇੱਕ ਧਰਮੀ ਆਦਮੀ ਨੂੰ ਦੂਜਿਆਂ ਪ੍ਰਤੀ ਰਹਿਮਦਿਲ ਹੋਣਾ ਚਾਹੀਦਾ ਹੈ ਅਤੇ ਤੂੰ ਆਪਣੇ ਬੱਚਿਆਂ ਨੂੰ ਇਹ ਭਰੋਸਾ ਦਿੱਤਾ ਹੈ ਕਿ ਪਾਪ ਤੋਂ ਬਾਅਦ ਤੂੰ ਉਹਨਾਂ ਨੂੰ ਪਛਤਾਵਾ ਕਰਨ ਦਾ ਮੌਕਾ ਦੇਵੇਗਾ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਸਿਤਾਰੇ ਖੁਦਾਵੰਦ ਦੀ ਕਰੋ ਸਿਤਾਰਿਸ਼ ਕਰੋ ਸਿਤਾਰੇ ਕਰੋ ਸਿਤਾਰਿਸ਼ ਖੁਦਾਵੰਦ ਦੀ ਕਰੋ ਸਿਤਾਰਿਸ਼ ਕਰੋ ਸਿਤਾਰੇ ਦੁਨੀਆ ਤੋਂ ਤੇ ਆਸਮਾਨ ਤੁਸੀਂ ਖੁਦਾ ਦੀ ਕਰੋ ਸਿਤਾਰੇ ਦੁਨੀਆ ਤੋਂ ਤੇ ਆਸਮਾਨ ਤੁਸੀਂ ਖੁਦਾ ਦੀ ਕਰੋ ਸਿਤਾਰੇ ਐ ਸਾਰੀ ਫੌਜੋ ਫਰਿਸ਼ਤੋ ਸਾਰੇ ਐ ਚੰਨ ਸੂਰਜ ਤੇ ਸਭ ਸਿਤਾਰੇ ਐ ਸਾਰੀ ਫੌਜੋ ਫਰਿਸ਼ਤੋ ਸਾਰੇ ਐ ਚੰਨ ਸੂਰਜ ਤੇ ਸਭ ਸਿਤਾਰੇ ਤੇ ਸਾਰੇ ਖੁਸ਼ੀ ਦੇ ਮਾਰੇ ਕਰੋ ਸਿਤਾਰਿਸ਼ ਕਰੋ ਸਿਤਾਰੇ ਕਰੋ ਸਿਤਾਰਿਸ਼ ਖੁਦਾਵੰਦ ਦੀ ਕਰੋ ਸਿਤਾਰਿਸ਼ ਕਰੋ ਸਿਤਾਰੇ ਦੁਨੀਆ ਤੋਂ ਤੇ ਆਸਮਾਨ ਤੋਂ ਤੁਸੀਂ ਖੁਦਾ ਦੀ ਕਰੋ ਸਿਤਾਰੇ। ਪਾਠ ਦੂਸਰਾ। ਅਸੀਂ ਸਾਰਿਆਂ ਨੇ ਖੁਦਾ ਕੋਲੋਂ ਪਵਿੱਤਰ ਆਤਮਾ ਦਾ ਵਰਦਾਨ ਪ੍ਰਾਪਤ ਕੀਤਾ ਹੈ। ਇਹ ਆਤਮਾ ਸਾਡੀ ਭਲਾਈ ਲਈ ਖੁਦਾ ਅੱਗੇ ਪੁਕਾਰਦੀ ਰਹਿੰਦੀ ਹੈ। ਰੋਮੀਆਂ ਦੇ ਨਾਮ ਸੰਤ ਪੌਲਸ ਦਾ ਪੱਤਰ ਉਸ ਦਾ 8 ਬਾਬ 26 ਤੋਂ 27 ਹੈ। ਰੂਹ ਆਪ ਸਾਡੇ ਲਈ ਸ਼ਬਦਾਂ ਨਾਲੋਂ ਕਿਤੇ ਗਹਿਰੇ ਹੋਕਿਆਂ ਨਾਲ ਸਿਫਾਰਿਸ਼ ਕਰਦਾ ਹੈ। ਇਸ ਤਰ੍ਹਾਂ ਰੂਹ ਪਾਕ ਸਾਡੀ ਕਮਜ਼ੋਰੀ ਵਿੱਚ ਸਾਨੂੰ ਮਦਦ ਦਿੰਦਾ ਹੈ, ਕਿਉਂਕਿ ਅਸੀਂ ਜਾਣਦੇ ਨਹੀਂ ਹਾਂ ਕਿ ਅਸੀਂ ਕਿਵੇਂ ਪ੍ਰਾਰਥਨਾ ਕਰੀਏ, ਜਿਵੇਂ ਕਿ ਸਾਨੂੰ ਕਰਨੀ ਚਾਹੀਦੀ ਹੈ। ਇਸ ਕਰਕੇ ਰੂਹ ਆਪ ਸਾਡੇ ਲਈ ਸ਼ਬਦਾਂ ਨਾਲੋਂ ਕਿਤੇ ਗਹਿਰੇ ਹੋਕਿਆਂ ਨਾਲ ਸਿਫਾਰਿਸ਼ ਕਰਦਾ ਹੈ। ਇਹ ਖੁਦਾ ਜੋ ਮਨੁੱਖਾਂ ਦੇ ਦਿਲਾਂ ਦੀ ਖੋਜ ਕਰਦਾ ਹੈ, ਉਹ ਰੂਹ ਦੇ ਇਰਾਦਿਆਂ ਨੂੰ ਜਾਣਦਾ ਹੈ, ਕਿਉਂਕਿ ਰੂਹ ਸੰਤਾਂ ਲਈ ਖੁਦਾ ਦੀ ਮਰਜ਼ੀ ਅਨੁਸਾਰ ਸਿਫਾਰਿਸ਼ ਕਰਦਾ ਹੈ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਹਾਲੇਲੂਇਆ 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 ਨਾਰੇ ਲਗਾਵਾਂਗੇ ਖੁਸ਼ੀ ਨਾਲ ਗਾਵਾਂਗੇ ਯਹੋਵਾ ਦੀ ਸੁਣਾਵਾਂਗੇ ਸੁਣਾਵਾਂਗੇ ਨਾਰੇ ਲਗਾਵਾਂਗੇ ਖੁਸ਼ੀ ਨਾਲ ਗਾਵਾਂਗੇ ਹਮ ਯਹੋਵਾ ਦੀ ਸੁਣਾਵਾਂਗੇ ਸੁਣਾਵਾਂਗੇ ਹਾਲੇਲੂਇਆ 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 ਹਾਲੇਲੂਇਆ
पिता संमति के अनुसार तेरी वडियाई होवे अपने प्रभु। यीशु ने उन्होंने पेश की स्वर्ग राज की तुलना उस आदमी के नाल की जा सकती है जिसने अपने खेत दे विच चंगा बीज बीजिया सी। पर ਜਦੋਂ ਲੋਕ ਸੋ ਰਹੇ ਸਨ ਤਾਂ ਉਸ ਦਾ ਦੁਸ਼ਮਣ ਆਇਆ ਅਤੇ ਕਣਕ ਵਿੱਚ ਨਦੀਨ ਬੀਜ ਕੇ ਚਲਾ ਗਿਆ। ਇਸ ਤਰ੍ਹਾਂ ਜਦੋਂ ਬੂਟੇ ਵੱਧ ਗਏ ਤੇ ਉਹਨਾਂ ਵਿੱਚ ਦਾਣੇ ਪੈ ਗਏ ਤਾਂ ਨਦੀਨ ਦੇ ਬੂਟੇ ਵੀ ਨਜ਼ਰ ਆਏ। ਮਾਲਕ ਦੇ ਨੌਕਰਾਂ ਨੇ ਆ ਕੇ ਉਸ ਨੂੰ ਪੁੱਛਿਆ, ਮਾਲਕ, ਕੀ ਤੁਸੀਂ ਆਪਣੇ ਖੇਤ ਵਿੱਚ ਚੰਗਾ ਬੀਜ ਨਹੀਂ ਸੀ ਬੀਜਿਆ? ਫਿਰ ਨਦੀਨ ਦੇ ਬੂਟੇ ਕਿੱਥੋਂ ਆ ਗਏ ਹਨ? ਉੱਤਰ ਵਿੱਚ ਉਸਨੇ ਉਹਨਾਂ ਨੂੰ ਕਿਹਾ, ਇਹ ਕਿਸੇ ਦੁਸ਼ਮਣ ਦਾ ਕੰਮ ਹੈ। ਨੌਕਰਾਂ ਨੇ ਉਸ ਨੂੰ ਕਿਹਾ, ਫਿਰ ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਾ ਕੇ ਨਦੀਨ ਕੱਟ ਦਈਏ? ਪਰ ਉਸਨੇ ਕਿਹਾ, ਨਹੀਂ, ਕਿਤੇ ਇਹ ਨਾ ਹੋਵੇ ਕਿ ਨਦੀਨ ਕੱਟਦੇ ਕੱਟਦੇ ਤੁਸੀਂ ਨਾਲ ਹੀ ਕਣਕ ਨੂੰ ਵੀ ਪੁੱਟ ਦਿਓ। ਵਾਢੀ ਤੱਕ ਦੋਹਾਂ ਨੂੰ ਹੀ ਨਾਲ ਨਾਲ ਵਧਣ ਦਿਓ। ਵਾਢੀ ਵੇਲੇ ਮੈਂ ਵਾਢੀ ਕਰਨ ਵਾਲਿਆਂ ਨੂੰ ਕਹਿ ਦਿਆਂਗਾ, ਪਹਿਲਾਂ ਨਦੀਨ ਨੂੰ ਇਕੱਠਾ ਕਰੋ ਅਤੇ ਉਹਨਾਂ ਦੀਆਂ ਬਾਲਣ ਦੀਆਂ ਭਰੀਆਂ ਬੰਨ ਲਵੋ, ਪਰ ਕਣਕ ਨੂੰ ਮੇਰੇ ਗੋਦਾਮਾਂ ਵਿੱਚ ਇਕੱਠਾ ਕਰੋ। ਉਸਨੇ ਉਹਨਾਂ ਦੇ ਸਾਹਮਣੇ ਇੱਕ ਹੋਰ ਤਮਸੀਲ ਇਹ ਕਹਿੰਦੇ ਹੋਏ ਪੇਸ਼ ਕੀਤੀ, ਸਵਰਗ ਰਾਜ ਰਾਈ ਦੇ ਬੀਜ ਵਾਂਗ ਹੈ, ਜਿਸ ਨੂੰ ਕਿਸੇ ਆਦਮੀ ਨੇ ਆਪਣੇ ਖੇਤ ਦੇ ਵਿੱਚ ਬੀਜ ਦਿੱਤਾ। ਇਹ ਸਾਰੇ ਬੀਜਾਂ ਨਾਲੋਂ ਛੋਟਾ ਹੈ, ਪਰ ਜਦੋਂ ਇਹ ਵੱਧ ਜਾਂਦਾ ਹੈ ਤਾਂ ਇਹ ਸਭ ਝਾੜੀਆਂ ਨਾਲੋਂ ਵੱਡਾ ਹੋ ਜਾਂਦਾ ਹੈ ਅਤੇ ਇੱਕ ਰੁੱਖ ਬਣ ਜਾਂਦਾ ਹੈ, ਇੱਥੋਂ ਤੱਕ ਕਿ ਆਕਾਸ਼ ਦੇ ਪੰਛੀ ਆ ਕੇ ਉਸ ਦੀਆਂ ਟਹਿਣੀਆਂ ਉੱਤੇ ਆਲਣੇ ਪਾਉਂਦੇ ਹਨ। ਉਸਨੇ ਉਹਨਾਂ ਨੂੰ ਇੱਕ ਹੋਰ ਤਮਸੀਲ ਸੁਣਾਈ, ਸਵਰਗ ਰਾਜ ਉਸ ਖਮੀਰ ਵਾਂਗ ਹੈ, ਜਿਸ ਨੂੰ ਕਿਸੇ ਔਰਤ ਨੇ ਲੈ ਕੇ 3 ਮਾਪ ਆਟੇ ਵਿੱਚ ਰਲਾ ਦਿੱਤਾ ਤੇ ਵੇਖੋ ਸਾਰਾ ਆਟਾ ਖਮੀਰਾ ਹੋ ਗਿਆ। ਇਹ ਸਾਰੀਆਂ ਗੱਲਾਂ ਯਿਸੂ ਨੇ ਲੋਕਾਂ ਨੂੰ ਤਮਸੀਲਾਂ ਵਿੱਚ ਹੀ ਦੱਸੀਆਂ। ਅਸਲ ਵਿੱਚ ਬਿਨਾਂ ਤਮਸੀਲਾਂ ਦੇ ਉਹ ਉਹਨਾਂ ਨੂੰ ਕੁਝ ਵੀ ਨਹੀਂ ਸੀ ਦੱਸਦਾ। ਇਹ ਇਸ ਲਈ ਹੋਇਆ ਕਿ ਨਬੀ ਯਸ਼ਾਇਆ ਦੇ ਰਾਹੀਂ ਜੋ ਕਿਹਾ ਗਿਆ ਸੀ ਉਹ ਪੂਰਾ ਹੋ ਜਾਵੇ, ਮੈਂ ਤਮਸੀਲਾਂ ਵਿੱਚ ਆਪਣਾ ਮੂੰਹ ਖੋਲਾਂਗਾ, ਜੋ ਸੰਸਾਰ ਦੇ ਆਰੰਭ ਤੋਂ ਗੁਪਤ ਰੱਖਿਆ ਸੀ ਉਸ ਦਾ ਮੈਂ ਐਲਾਨ ਕਰਾਂਗਾ। ਫਿਰ ਉਹ ਭੀੜ ਨੂੰ ਛੱਡ ਕੇ ਕਿਸੇ ਘਰ ਵਿੱਚ ਗਿਆ। ਉਹਦੇ ਚੇਲੇ ਉਸ ਕੋਲ ਆਏ ਤੇ ਕਹਿਣ ਲੱਗੇ, ਸਾਨੂੰ ਖੇਤ ਵਿੱਚ ਨਦੀਨ ਦੀ ਤਮਸੀਲ ਸਮਝਾਓ। ਉਸਨੇ ਉੱਤਰ ਦਿੱਤਾ, ਚੰਗਾ ਬੀਜ ਬੀਜਣ ਵਾਲਾ ਮਨੁੱਖ ਦਾ ਪੁੱਤਰ ਹੈ। ਖੇਤ ਸੰਸਾਰ ਹੈ ਤੇ ਚੰਗੇ ਬੀਜਾਂ ਤੋਂ ਮੁਰਾਦ ਹੈ ਬਾਦਸ਼ਾਹੀ ਦੇ ਬੱਚੇ, ਅਤੇ ਨਦੀਨ ਹਨ ਦੁਸ਼ਟ ਆਤਮਾ ਦੇ ਸੰਤਾਨ, ਅਤੇ ਉਹਨਾਂ ਨੂੰ ਬੀਜਣ ਵਾਲਾ ਦੁਸ਼ਮਣ ਸ਼ੈਤਾਨ ਹੈ। ਵਾਢੀ ਯੁਗਾਂ ਦਾ ਅੰਤ ਹੈ ਅਤੇ ਵਾਢੀ ਕਰਨ ਵਾਲੇ ਫਰਿਸ਼ਤੇ ਹਨ। ਜਿਸ ਤਰ੍ਹਾਂ ਨਦੀਨ ਨੂੰ ਇਕੱਠਾ ਕਰਕੇ ਅੱਗ ਵਿੱਚ ਸਾੜਿਆ ਜਾਂਦਾ ਹੈ, ਉਸੇ ਤਰ੍ਹਾਂ ਯੁਗਾਂ ਦੇ ਅੰਤ ਵਿੱਚ ਹੋਵੇਗਾ। ਮਨੁੱਖ ਦਾ ਪੁੱਤਰ ਆਪਣੇ ਫਰਿਸ਼ਤਿਆਂ ਨੂੰ ਘੱਲੇਗਾ ਅਤੇ ਉਹ ਉਹਨਾਂ ਸਾਰਿਆਂ ਨੂੰ ਜਿਹੜੇ ਪਾਪ ਦਾ ਕਾਰਨ ਬਣਦੇ ਹਨ ਅਤੇ ਜੋ ਬੁਰੇ ਕੰਮ ਕਰਦੇ ਹਨ ਉਸ ਦੇ ਰਾਜ ਵਿੱਚੋਂ ਇਕੱਠੇ ਕਰਨਗੇ ਅਤੇ ਉਹਨਾਂ ਨੂੰ ਅੱਗ ਦੀ ਮੰਗਦੀ ਭੱਠੀ ਵਿੱਚ ਸੁੱਟ ਦੇਣਗੇ। ਉੱਥੇ ਲੋਕ ਰੋਣਗੇ ਅਤੇ ਆਪਣੇ ਦੰਦ ਪੀਹਣਗੇ। ਤਦ ਧਰਮੀ ਆਪਣੇ ਬਾਪ ਦੇ ਰਾਜ ਦੇ ਵਿੱਚ ਸੂਰਜ ਵਾਂਗ ਚਮਕਣਗੇ। ਜਿਸ ਦੇ ਕੰਨ ਸੁਣਦੇ ਹੋਣ ਸੋ ਸੁਣ ਲਵੇ। ਇਹ ਸਾਡੇ ਪ੍ਰਭੂ ਦੀ ਪਵਿੱਤਰ ਅੰਜੀਲ ਹੈ। ਤੇਰੇ ਮਹਿਮਾ ਹੋਵੇ ਐ ਮਸੀਹਾ। ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਪਿਆਰੇ ਭਰਾਓ ਭੈਣੋ ਤੇ ਬੱਚਿਓ, ਅੱਜ ਅਸੀਂ ਪਹਿਲੇ ਪਾਠ ਦੇ ਵਿੱਚ ਸੁਣਿਆ, ਸਾਨੂੰ ਦੱਸਿਆ ਗਿਆ ਕਿ ਜਿੰਦਾ ਖੁਦਾ ਕਹਿੰਦਾ ਹੈ ਕਿ ਮੈਂ ਨਿਆਂ ਕਰਨ ਵਾਲਾ ਅਤੇ ਪਿਆਰ ਕਰਨ ਵਾਲਾ ਹਾਂ। ਅਤੇ ਨਬੀ ਉਸ ਦੇ ਅੱਗੇ ਵਿਸਤਾਰਪੂਰਵਕ ਸਾਨੂੰ ਦੱਸਦਾ ਹੈ ਕਿ ਪ੍ਰਭੂ ਤੂੰ ਪੂਰੀ ਸਾਮਰਥ ਦੇ ਨਾਲ ਭਰਪੂਰ ਹੈ ਤੇ ਜਿਹਦੇ ਤੇ ਤੂੰ ਚਾਹੁੰਦਾ ਹੈ ਉਹਦੇ ਉੱਤੇ ਸਾਮਰਥ ਤੂੰ ਪ੍ਰਗਟ ਕਰਦਾ ਹੈ, ਤੇ ਜਿਹਨੂੰ ਤੂੰ ਚਾਹੁੰਦਾ ਹੈ ਤੂੰ ਆਪਣੀ ਸੰਗਤ ਦੇ ਵਿੱਚ ਸੱਦ ਲੈਂਦਾ ਹੈ। ਤੇ ਸਾਨੂੰ ਪਹਿਲਾ ਪਾਠ ਸਮਝਾਉਂਦਾ ਹੈ ਕਿ ਖੁਦਾ ਨੂੰ ਮਹਿਮਾ ਨਾਲ ਭਰਪੂਰ ਹੋਣ ਦੇ ਲਈ ਕਿਸੇ ਇਨਸਾਨ ਦੀ ਟੈਸਟਮਨੀ ਜਾਂ ਫਿਰ ਕਿਸੇ ਇਨਸਾਨ ਦਾ ਐਫੀਡੇਵਿਟ ਨਹੀਂ ਚਾਹੀਦਾ ਹੈ। ਪ੍ਰਭੂ ਦੇ ਵਿੱਚ ਮਹਿਮਾ ਹੈ, ਚਾਹੇ ਕੋਈ ਇਨਸਾਨ ਮੰਨੇ ਜਾਂ ਨਾ ਮੰਨੇ, ਪ੍ਰਭੂ ਆਪਣੀ ਮਹਿਮਾ ਦੇ ਨਾਲ ਭਰਪੂਰ ਹੈ, ਸਾਮਰਥੀ ਖੁਦਾ ਹੈ। ਇਹ ਸਾਮਰਥੀ ਖੁਦਾ ਸਾਰਿਆਂ ਨੂੰ ਬਚਾਉਂਦਾ ਹੈ, ਸਾਡੇ ਲਈ ਕੁਰਬਾਨ ਹੋਇਆ ਹੈ ਤਾਂ ਜੋ ਕੋਈ ਉਸ ਤੇ ਵਿਸ਼ਵਾਸ ਕਰੇ ਉਹ ਕਦੇ ਵੀ ਨਾਸ਼ ਨਾ ਹੋਵੇ। ਤੇ ਸਾਨੂੰ ਅੱਜ ਪ੍ਰਭੂ ਅੰਜੀਲ ਦੇ ਰਾਹੀਂ ਦੱਸਦਾ ਹੈ ਕਿ ਜਿਉਂਦਾ ਖੁਦਾ ਚੰਗੇ ਬੀਜ ਬੀਜ ਰਿਹਾ ਹੈ, ਪਰ ਸ਼ੈਤਾਨ ਵੀ ਆਪਣਾ ਕੰਮ ਨਾਲ ਨਾਲ ਕਰ ਰਿਹਾ ਹੈ। ਪਰ ਜਿਉਂਦੇ ਖੁਦਾ ਦੇ ਰਹਿਮ ਦੇ ਵਿੱਚ ਇੰਨੀ ਡੂੰਘਾਈ ਹੈ ਕਿ ਉਹ ਬੁਰੇ ਲੋਕਾਂ ਨੂੰ ਵੀ ਸਮਾਂ ਦਿੰਦਾ ਹੈ, ਮੌਕੇ ਦਿੰਦਾ ਹੈ ਕਿ ਆਪਣੇ ਬੁਰੇ ਰਾਹਾਂ ਤੋਂ ਦੂਰ ਹੋ ਕੇ ਖੁਦਾ ਦੇ ਪਿਆਰ ਦੇ ਵੱਲ ਆਉਣ, ਤਾਂ ਕਿ ਜਿਉਂਦੇ ਪ੍ਰਭੂ ਨੂੰ ਚੰਗੀ ਤਰ੍ਹਾਂ ਸਮਝ ਲੈਣ। ਹੁਣ ਅਸੀਂ ਸੁਣਿਆ ਕਿ ਜਦੋਂ ਉਹ ਕੰਮ ਕਰਨ ਵਾਲੇ ਕਹਿੰਦੇ ਨੇ ਕਿ ਮਾਲਕ
ਅਸੀਂ ਤਾਂ ਚੰਗਾ ਬੀਜ ਬੀਜਿਆ ਸੀ, ਨਦੀਨ ਵਿੱਚ ਆ ਗਈ ਹੈ, ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਾ ਕੇ ਇਹਨਾਂ ਨੂੰ ਪੁੱਟ ਦਈਏ? ਤਾਂ ਪ੍ਰਭੂ ਕਹਿੰਦਾ ਕਿ ਨਹੀਂ, ਇਹਨਾਂ ਨੂੰ ਉਗ ਲੈਣ ਦਿਓ। ਉਗਦੇ ਉਗਦੇ ਜੇਕਰ ਨਦੀਨ ਹੀ ਰਹਿਣਗੇ, ਜੇਕਰ ਆਪਣੇ ਰਾਹ ਨਹੀਂ ਬਦਲਣਗੇ, ਤਾਂ ਪ੍ਰਭੂ ਕਹਿੰਦਾ ਹੈ ਕਿ ਸਾਰੇ ਗੁਨੇਗਾਰ ਪਾਪੀ ਲੋਕ ਨਰਕ ਦੀ ਅੱਗ ਵਿੱਚ ਜਾਣਗੇ। ਪਰ ਜਿਹੜਾ ਆਪਣੇ ਆਪ ਨੂੰ ਚੰਗੇ ਬੀਜ ਦੇ ਵਿੱਚ ਕਾਇਮ ਰੱਖੇਗਾ, ਤਬਦੀਲ ਕਰੇਗਾ, ਉਹ ਕਦੇ ਵੀ ਨਾਸ਼ ਨਹੀਂ ਹੋਵੇਗਾ। ਅਸੀਂ ਸਾਰੇ ਜੋ ਜੀਵਨ ਬਤੀਤ ਕਰਦੇ ਹਾਂ, ਸਾਡੇ ਵਿੱਚ ਕਮਜ਼ੋਰੀਆਂ ਨੇ, ਗੁਨਾਹ ਨੇ, ਕਮੀਆਂ ਨੇ। ਇਹਨਾਂ ਸਭ ਕਮੀਆਂ ਨੂੰ ਦੂਰ ਕਰਨ ਲਈ ਜਾਂ ਉੱਤੇ ਜਿੱਤ ਹਾਸਲ ਕਰਨ ਦੇ ਲਈ ਪ੍ਰਭੂ ਆਪਣੀ ਆਤਮਾ ਸਾਨੂੰ ਬਖਸ਼ਦਾ ਹੈ। ਰੂਹ ਪਾਕ ਸਾਡੇ ਨਾਲ ਹੈ ਤੇ ਉਹਦੇ ਬਾਰੇ ਸੰਤ ਪੌਲੁਸ ਸਾਨੂੰ ਆਖਦਾ ਹੈ ਕਿ ਰੂਹ ਹੈ ਜੋ ਸ਼ਬਦਾਂ ਨਾਲੋਂ ਵੀ ਬਹੁਤ ਉਚੇਰੇ, ਵਧੀਆ ਢੰਗ ਦੇ ਨਾਲ, ਡੂੰਘੇ ਢੰਗ ਦੇ ਨਾਲ ਖੁਦਾ ਨੂੰ ਅੱਬਾ ਪਿਤਾ ਕਹਿ ਕੇ ਪੁਕਾਰਦਾ ਹੈ। ਸ਼ਾਇਦ ਅਸੀਂ ਸ਼ਬਦਾਂ ਨਾਲ ਹੀ ਆਪਣੇ ਖੁਦਾ ਦੇ ਅੱਗੇ ਆਪਣੀ ਅਰਜ਼ੂਈਆਂ ਪੇਸ਼ ਨਹੀਂ ਕਰ ਸਕਦੇ, ਕਿਉਂਕਿ ਸ਼ਬਦ ਨੇ ਉਹ ਲਿਮਿਟਡ ਨੇ, ਸੀਮਤ ਨੇ। ਪਰ ਜਦੋਂ ਅੰਦਰੋਂ ਖੁਦਾ ਨੂੰ ਪੁਕਾਰਨ ਵਾਲੀਆਂ ਆਹਾਂ ਨਿਕਲਦੀਆਂ ਨੇ, ਖੁਦਾ ਨੂੰ ਅਸੀਂ ਪੁਕਾਰਦੇ ਹਾਂ, ਤਾਂ ਪ੍ਰਭੂ ਉਸ ਪੁਕਾਰ ਨੂੰ ਜ਼ਰੂਰ ਸੁਣਦਾ ਹੈ, ਕਿਉਂਕਿ ਆਤਮਾ ਖੁਦਾ ਦੇ ਹਜ਼ੂਰ ਉਸ ਨੂੰ ਪੇਸ਼ ਕਰਦੀ ਹੈ। ਤੇ ਅੱਜ ਅਸੀਂ ਜਿਉਂਦੇ ਖੁਦਾ ਤੋਂ ਇਹੀ ਬਰਕਤ ਮੰਗਣੀ ਹੈ। ਕਈ ਵਾਰ ਸਾਡੇ ਜੀਵਨ ਦੇ ਵਿੱਚ ਵੀ ਅਗਰ ਅਸੀਂ ਆਪਣੇ ਆਪ ਨੂੰ ਖੇਤ ਮੰਨ ਲਈਏ, ਸਾਡੇ ਵਿੱਚ ਚੰਗੇ ਬੀਜ ਵੀ ਨੇ ਤੇ ਕਈ ਵਾਰ ਨਦੀਨ ਵੀ ਉਗਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਅਸੀਂ ਕੋਸ਼ਿਸ਼ ਕਰੀਏ ਕਿ ਜੋ ਨਦੀਨ ਬੀਜਣ ਵਾਲਾ ਹੈ, ਸ਼ੈਤਾਨ, ਉਸ ਨੂੰ ਆਪਣੇ ਜੀਵਨ ਦੇ ਵਿੱਚ ਕੋਈ ਮੁਕਾਮ ਅਸੀਂ ਨਾ ਦੇਈਏ। ਤੇ ਜੇਕਰ ਸਾਨੂੰ ਲੱਗਦਾ ਹੈ ਸਾਡੇ ਵਿੱਚ ਕਮੀਆਂ ਨੇ, ਕਮਜ਼ੋਰੀਆਂ ਨੇ, ਤਾਂ ਉਸ ਨੂੰ ਆਪੇ ਹੀ ਕੱਢਣਾ ਸ਼ੁਰੂ ਕਰ ਦਈਏ। ਆਤਮਾ ਦੀ ਪੁਕਾਰ ਦੇ ਨਾਲ, ਪਵਿੱਤਰ ਆਤਮਾ ਦੇ ਨਾਲ ਆਪਣੇ ਆਪ ਨੂੰ ਭਰਪੂਰ ਕਰਦੇ ਹੋਏ ਜਿੰਦੇ ਖੁਦਾ ਨੂੰ ਪੁਕਾਰਾਂਗੇ, ਤਾਂ ਜ਼ਰੂਰ ਜ਼ਿੰਦਾ ਖੁਦਾ ਸਾਡੇ ਵਿੱਚੋਂ ਹਰੇਕ ਕਮੀ ਨੂੰ ਪੂਰੀਆਂ ਕਰੇਗਾ। ਪਰ ਹਮੇਸ਼ਾ ਯਾਦ ਰੱਖਣਾ, ਪਵਿੱਤਰਤਾਈ ਇੱਕ ਸਫ਼ਰ ਹੈ। ਪਵਿੱਤਰਤਾਈ ਹਾਸਲ ਕਰਨਾ ਇੱਕ ਸਫ਼ਰ ਹੈ। ਇੱਕ ਦਿਨ ਦੇ ਵਿੱਚ, 2 ਦਿਨ ਦੇ ਵਿੱਚ ਤੁਸੀਂ ਪਵਿੱਤਰ ਨਹੀਂ ਬਣੋਗੇ। ਸ਼ਾਇਦ ਸਮਾਂ ਨਿਕਲੇਗਾ, ਕਦੇ ਕਮਜ਼ੋਰੀਆਂ ਤੁਸੀਂ ਜਿੱਤ ਹਾਸਲ ਕਰੋਗੇ ਤੇ ਕਦੇ ਕਮਜ਼ੋਰੀਆਂ ਵਿੱਚ ਤੁਸੀਂ ਗਿਰ ਜਾਓਗੇ। ਪਰ ਜਦੋਂ ਵੀ ਗਿਰੋਗੇ, ਹਿੰਮਤ ਨਹੀਂ ਹਾਰਨਾ, ਪ੍ਰਭੂ ਦੇ ਵੱਲ ਜਾਣਾ। ਤੇ ਜਦੋਂ ਵੀ ਜੇਤੂ ਹੋਵੋਗੇ, ਤਦ ਵੀ ਜ਼ਿਆਦਾ ਖੁਸ਼ ਨਹੀਂ ਮਨਾਣਾ, ਸਗੋਂ ਪ੍ਰਭੂ ਨੂੰ ਧੰਨਵਾਦ ਦੇ ਕੇ ਹਮੇਸ਼ਾ ਕਹਿਣਾ ਕਿ ਪ੍ਰਭੂ, ਅਸੀਂ ਕਮਜ਼ੋਰ ਸਾਂ, ਗਿਰ ਗਏ, ਤੁਸੀਂ ਆਪਣੇ ਪਵਿੱਤਰ ਹੱਥਾਂ ਵਿੱਚ ਰੱਖਿਆ। ਅੱਜ ਅਸੀਂ ਤੁਹਾਡੇ ਸਾਮਰਥ ਦੇ ਨਾਲ ਇਸ ਅਜ਼ਮਾਇਸ਼ ਵਿੱਚ ਜਿੱਤ ਹਾਸਲ ਕੀਤੀ ਹੈ, ਤੇ ਸਾਨੂੰ ਫਜ਼ਲ ਬਖਸ਼ੋ ਕਿ ਅਸੀਂ ਹਮੇਸ਼ਾ ਤੇਰੇ ਪਿਆਰ ਦੇ ਨਾਲ ਜੁੜੇ ਰਹੀਏ। ਤੇ ਆਓ ਅਸੀਂ ਇਸ ਪਾਕ ਮਾਸ ਦੇ ਵਿੱਚ ਖੁਦਾ ਦੀ ਬਰਕਤ ਮੰਗੀਏ ਕਿ ਪ੍ਰਭੂ, ਜੋ ਵੀ ਸਾਡੇ ਅੰਦਰ ਨਦੀਨ ਹੈ, ਉਸ ਨੂੰ ਅਸੀਂ ਕੱਢਣ ਦੇ ਯੋਗ ਬਣੀਏ। ਪਵਿੱਤਰ ਆਤਮਾ ਦੀ ਰਹਿਨੁਮਾਈ ਦੇ ਨਾਲ ਤੇ ਨਾਮ ਨੂੰ ਪੁਕਾਰੀਏ ਅਤੇ ਯਾਦ ਰੱਖੀਏ ਕਿ ਤੈਨੂੰ ਮਹਿਮਾ ਅਸੀਂ ਨਹੀਂ ਦੇ ਸਕਦੇ, ਪਰ ਤੁਹਾਡੀ ਮਹਿਮਾ ਜਦੋਂ ਸਾਡੇ ਤੇ ਪ੍ਰਗਟ ਹੁੰਦੀ ਹੈ ਤੇ ਅਸੀਂ ਸਾਰੇ ਸੰਸਾਰ ਤੇ ਜਿੱਤ ਹਾਸਲ ਕਰ ਸਕਦੇ ਹਾਂ। ਇਸ ਲਈ ਅਸੀਂ ਆਪਣੇ ਆਪ ਨੂੰ ਹਮੇਸ਼ਾ ਪ੍ਰਭੂ ਦੇ ਸਾਹਮਣੇ ਦੇ ਲਈ ਤਿਆਰ ਰੱਖੀਏ। ਜਿੰਦੇ ਖੁਦਾ ਦੇ ਵਿੱਚ ਆਓ ਅਸੀਂ ਇਹਨਾਂ ਖਿਆਲਾਂ ਦੇ ਨਾਲ ਇਸ ਮਹਾਨ ਕੁਰਬਾਨੀ ਵਿੱਚ ਅੱਗੇ ਵਧੀਏ ਤੇ ਸਾਰੇ ਖੜੇ ਹੋ ਕੇ ਆਪਣੇ ਵਿਸ਼ਵਾਸ ਦਾ ਪ੍ਰਗਟਾਵਾ ਕਰਾਂਗੇ। ਰਸੂਲਾਂ ਦਾ ਕਲਮਾ। ਮੈਂ ਖੁਦਾ ਤੇ ਮੰਨਦਾ ਹਾਂ, ਜਿਹੜਾ ਆਪ ਦੀ ਦਰਬਾਰ ਅਸਮਾਨ ਤੇ ਜ਼ਮੀਨ ਦਾ ਪੈਦਾ ਕਰਨ ਵਾਲਾ ਹੈ। ਮੈਂ ਯਿਸੂ ਮਸੀਹ ਤੇ ਮੰਨਦਾ ਹਾਂ, ਜਿਹੜਾ ਸਾਡਾ ਬੇਟਾ, ਸਾਡਾ ਖੁਦਾਵੰਦ ਹੈ, ਔਰ ਪਾਕ ਤੇ ਕੁਦਰਤ ਨਾਲ ਵਾਰੀ ਅੰਗੇ ਦੇ ਵਿੱਚ ਪਿਆ। ਉਸ ਤੋਂ ਜੰਮਿਆ, ਉਸ ਨੇ ਪਹਿਲੇ ਸੁਪਰਾ ਤੋਂ ਹੈ, ਸਲੀਬ ਤੇ ਚੜਾਇਆ ਗਿਆ, ਮਾਰਿਆ ਗਿਆ, ਤੀਸਰੇ ਦਿਨ ਸਾਡੇ ਮੁਰਦਿਆਂ ਵਿੱਚ ਜੀ ਉੱਠਿਆ, ਅਸਮਾਨ ਤੇ ਚੜ੍ਹ ਗਿਆ, ਖੁਦਾ ਬਾਪ ਦੇ ਕੁਦਰਤ ਵਾਲੇ ਤੇ ਜਾ ਬੈਠਾ, ਜਿੱਥੇ ਜਿੰਦਿਆਂ ਨੂੰ ਜੋ ਪੈਸਾ ਕਰੀ ਫਿਰਾਵੇਗਾ। ਮੈਂ ਮਾਰਾ ਨਾ ਇੱਕ ਬਾਤ ਮਸੀਹ ਸ਼ੁਕਰਾਨਾ ਦੀ ਸ਼ਨਾਖਤ, ਗੁਨਾਹ ਦੀ ਮਾਫੀ, ਜਿਸਮ ਦਾ ਹਮੇਸ਼ਾ ਦੀ ਜ਼ਿੰਦਗੀ ਉੱਤੇ ਆਮੀਨ। ਜਿੰਦੇ ਖੁਦਾ ਦਾ ਸਾਡਾ ਵਾਅਦਾ ਹੈ, ਜਦੋਂ ਅਸੀਂ ਵਿਸ਼ਵਾਸ ਨਾਲ ਉਸ ਨੂੰ ਪੁਕਾਰਾਂਗੇ, ਉਹ ਸਾਨੂੰ ਸੁਣੇਗਾ। ਜਾਂ ਅਸੀਂ ਆਪਣੀ ਅਰਜ਼ੋਈਆਂ, ਆਪਣੀ ਮਿੰਨਤਾਂ ਪ੍ਰਭੂ ਦੇ ਚਰਨਾਂ ਵਿੱਚ ਪੇਸ਼ ਕਰੀਏ ਤੇ ਸਾਡਾ ਨਿਵਚਨ ਹੋਵੇਗਾ, ਐ ਪ੍ਰਭੂ ਸਾਡੀ ਦੁਆ ਸੁਣ। ਐ ਪ੍ਰਭੂ ਸਾਡੀ ਦੁਆ ਸੁਣ। ਅਸੀਂ ਆਪਣੀ ਕਲੀਸਿਆ ਲਈ ਦੁਆ ਮੰਗੀਏ ਕਿ ਸਾਡੇ ਵਿੱਚ ਜਿੰਨੇ ਵੀ ਇੱਥੇ ਹਾਜ਼ਰ ਹਨ, ਉਹ ਖੁਦਾ ਦੇ ਵਚਨ ਨੂੰ ਪਿਆਰ ਨਾਲ ਸੁਣਨ ਅਤੇ ਉਹਦੇ ਮੁਤਾਬਕ ਜੀਵਨ ਗੁਜ਼ਾਰਨ, ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਅਸੀਂ ਨਵ-ਵਿਆਹੇ ਜੋੜਿਆਂ ਵਾਸਤੇ ਤੇ ਉਹਨਾਂ ਦੇ ਘਰਾਣਿਆਂ ਲਈ ਦੁਆ ਮੰਗੀਏ ਕਿ ਉਹ ਪ੍ਰਭੂ ਯਿਸੂ ਮਸੀਹ ਅਤੇ ਮਾਂ ਮਰੀਅਮ ਨੂੰ ਆਪਣੇ ਨਾਲ ਰਹਿਣ ਦੇ ਲਈ ਸੱਦਾ ਦੇਣ, ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਅਸੀਂ ਸਾਰੇ ਸ਼ਾਦੀशुदा ਲੋਕਾਂ ਲਈ ਪ੍ਰਾਰਥਨਾ ਕਰੀਏ ਤਾਂ ਕਿ ਉਹ ਆਪਸੀ ਸਮਝਦਾਰੀ ਕਰਨ ਨਾਲ ਦਾ ਵਰਦਾਨ ਲਈ ਖੁਦਾ ਦੇ ਸ਼ੁਕਰਗੁਜ਼ਾਰ ਹੋਣ, ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਆਓ ਅਸੀਂ ਮਖਸੂਸ ਕੀਤੇ ਲੋਕਾਂ ਲਈ ਦੁਆ ਕਰੀਏ ਕਿ ਉਹ ਸ਼ੁਭ ਸਮਾਚਾਰ ਨੂੰ ਪਿਆਰ ਨਾਲ ਸੁਣਾ ਕੇ ਉਸ ਦੀ ਈਮਾਨਦਾਰ ਪ੍ਰੋਹਤ ਬਣੇ ਰਹਿਣ, ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ।
ਜਿਉਂਦੇ ਖੁਦਾ ਸੇ ਪ੍ਰਾਰਥਨਾ ਕਰਦੇ ਹਾਂ ਉਹਨਾਂ ਸਭ ਲੋਕਾਂ ਦੇ ਲਈ ਜੋ ਇਸ ਮਹਾਮਾਰੀ ਦੇ ਸਮੇਂ ਸਿਹਤ ਵਿਭਾਗ ਦੇ ਵਿੱਚ ਅਤੇ ਵੱਖ-ਵੱਖ ਸੇਵਾਵਾਂ ਵਿੱਚ ਲੱਗੇ ਹੋਏ ਨੇ, ਜੋ ਆਪਣੀ ਜ਼ਿੰਦਗੀ ਨੂੰ ਦਾਅ ਤੇ ਲਗਾ ਕੇ ਗਰੀਬਾਂ ਦੀ, ਮਜਬੂਰਾਂ ਦੀ, ਬਿਮਾਰਾਂ ਦੀ ਸੇਵਾ ਕਰ ਰਹੇ ਨੇ। ਜਿਉਂਦੇ ਖੁਦਾ ਇਹਨਾਂ ਸਭ ਨੂੰ ਆਪਣੇ ਪਵਿੱਤਰ ਲਹੂ ਦਾ ਮਸਾ ਕਰਨਾ, ਤਾਂ ਜੋ ਪ੍ਰਭੂ ਜੀ ਇਹਨਾਂ ਬਿਮਾਰੀਆਂ ਦਾ ਮੁਕਾਬਲਾ ਕਰਦੇ ਹੋਏ ਲੋਕਾਂ ਦੀ ਸੇਵਾ ਕਰਕੇ ਪ੍ਰਭੂ ਯੀਸ਼ੂ ਤੁਹਾਡੇ ਪਿਆਰ ਨੂੰ ਇਹਨਾਂ ਸਭ ਲੋਕਾਂ ਤੱਕ ਪਹੁੰਚਾ ਸਕਣ। ਅਨੁਵਚਨ ਹਾਏ ਪ੍ਰਭੂ ਸਾਡੀ ਦੁਆ ਸੁਣ। ਆਓ ਅਸੀਂ ਆਪਣੀ ਨਿੱਜੀ ਅਰਜ਼ਾਂ ਮਿੰਨਤਾਂ ਪ੍ਰਭੂ ਦੇ ਚਰਨਾਂ ਵਿੱਚ ਪੇਸ਼ ਕਰੀਏ ਤੇ ਮਾਤਾ ਮਰੀਮ ਦੀ ਸਿਫਾਰਿਸ਼ ਮੰਗਦੇ ਹੋਏ ਆਖੀਏ, ਸਲਾਮ ਏ ਮਰੀਮ, ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਧਨਿ ਹੈ, ਨਾਲੇ ਧਨਿ ਹੈ ਤੇਰੀ ਕੁੱਖ ਦਾ ਫਲ ਯਿਸੂ। ਏ ਹਜ਼ਰਤ ਮਰੀਮ ਖੁਦਾ ਦੀ ਮਾਂ, ਸਭ ਗੁਨਾਹਗਾਰਾਂ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਵੇਲੇ ਆਮੀਨ। ਮੈਂ ਜਿਉਂਦੇ ਖੁਦਾ ਅਸੀਂ ਸਭ ਕੁਝ ਮੰਗਦੇ ਹਾਂ ਤੁਹਾਡੇ ਪਿਆਰੇ ਅਤੇ ਸ਼ਕਤੀਸ਼ਾਲੀ ਨਾਮ ਉੱਤੇ, ਆਮੀਨ। ਸਾਡਾ ਸਰਵਸ਼ਕਤੀਮਾਨ ਖੁਦਾ ਬਾਪ ਮੇਰੇ ਤੇ ਤੁਹਾਡੀ ਇਸ ਕੁਰਬਾਨੀ ਨੂੰ ਕੁਰਬਾਨ ਕਰੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਵਡਿਆਈ ਦੇ ਲਈ ਸਾਡੇ ਤੇ ਸਾਰੇ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਹੈ ਖੁਦਾ, ਯਿਸੂ ਮਸੀਹ ਦੀ ਇੱਕੋ ਹੀ ਸੰਪੂਰਨ ਕੁਰਬਾਨੀ ਦੇ ਵਿੱਚ ਤੂੰ ਪੁਰਾਣੇ ਨੇਮ ਦੀਆਂ ਸਾਰੀਆਂ ਕੁਰਬਾਨੀਆਂ ਨੂੰ ਮੁਕੰਮਲ ਕੀਤਾ। ਸਾਡੇ ਇਸ ਨਜ਼ਰਾਨੇ ਨੂੰ ਕਬੂਲ ਕਰ ਅਤੇ ਇਹਨਾਂ ਨੂੰ ਪਾਕ ਕਰ, ਜਿਵੇਂ ਇੱਕ ਦਿਨ ਤੂੰ ਆਪਣੇ ਧਰਮੀ ਸੇਵਕ ਹਾਬੇਲ ਦੇ ਤੋਹਫਿਆਂ ਨੂੰ ਕਬੂਲ ਕੀਤਾ। ਬਖਸ਼ ਦੇ ਕਿ ਹਰ ਕੋਈ ਜੋ ਕੋਈ ਤੇਰੀ ਮਹਿਮਾ ਲਈ ਚੜਾਉਂਦਾ ਹੈ ਉਹ ਸਾਰਿਆਂ ਦੀ ਨਜਾਤ ਦੇ ਲਈ ਫਾਇਦੇਮੰਦ ਹੋਵੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਦੇ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਸਾਰੀਆਂ ਚੀਜ਼ਾਂ ਤੇਰੀਆਂ ਹੀ ਸਿਰਜੀਆਂ ਹਨ, ਸਭ ਰੁੱਤਾਂ ਦੇ ਸਮੇਂ ਤੇਰੇ ਨਿਯਮਾਂ ਨੂੰ ਮੰਨਦੇ ਹਨ, ਪਰ ਤੂੰ ਇਨਸਾਨ ਨੂੰ ਆਪਣੇ ਹੀ ਸਰੂਪ ਉੱਤੇ ਬਣਾਉਣਾ ਚਾਹਿਆ ਅਤੇ ਸਾਰੇ ਸੰਸਾਰ ਨੂੰ ਇਸ ਦੇ ਸਭ ਅਜੂਬਿਆਂ ਸਣੇ ਉਸ ਦੇ ਅਧੀਨ ਕਰ ਦਿੱਤਾ। ਤੂੰ ਇਨਸਾਨ ਨੂੰ ਸਾਰੀ ਸ੍ਰਿਸ਼ਟੀ ਦਾ ਕਾਰ ਮੁਖਤਿਆਰ ਠਹਿਰਾਇਆ ਤਾਂ ਕਿ ਉਹ ਦਿਨੋਂ ਦਿਨ ਤੇ ਦਿਨਾਈ ਅਤੇ ਕੁਦਰਤ ਦੇ ਅਨੋਖੇ ਕੰਮਾਂ ਦੇ ਲਈ ਮਸੀਹ ਸਾਡੇ ਪ੍ਰਭੂ ਦੇ ਰਾਹੀਂ ਤੇਰੀ ਵਡਿਆਈ ਕਰੇ। ਇਸ ਲਈ ਅਸੀਂ ਆਪਣੀ ਖੁਸ਼ੀ ਦੇ ਵਿੱਚ ਫਰਿਸ਼ਤਿਆਂ ਦੇ ਸੰਗੀਤੀ ਜਥਿਆਂ ਦੇ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਲਗਾਤਾਰ ਇਹ ਐਲਾਨ ਕਰਦੇ ਹਾਂ। खुदावन सदा
फरिश्ते कौन सदा वो तन है जो औंधा खुदा बंदे नाते, वो तन है जो औंधा खुदा बंदे नाते, ओ तन है जो औंधा खुदा बंदे नाते, ओ तन है जो औंधा खुदा बंदे नाते होसाना 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 पाक 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 खुदावंद है सदा पाक फरिश्ते कौन सदा पाक 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 खुदावंद है सदा, पाक 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 फरिश्ते कौन सदा, खुदावंद सदा, खुदावंद सदा खुदावंद सदा लश्कराना खुदा खुदावंद सदा, खुदावंद सदा, खुदावंद सदा लश्कराना खुदा पाक खुदावंद है सदा पाक 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 फरिश्ते कौन सदा। है प्रभु, तू सचमुच पवित्र है ते सही है कि तेरी सारी सृष्टि तेरी वडियाई करे। तेरे बेटे ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਤੇ ਰੂਹ ਪਾਕ ਦੀ ਕੁਦਰਤ ਦੇ ਨਾਲ ਤੂੰ ਸਾਰੇ ਸੰਸਾਰ ਨੂੰ ਜੀਵਨ ਬਖਸ਼ਦਾ ਤੇ ਪਾਕ ਕਰਦਾ ਹੈ। ਤੂੰ ਲਗਾਤਾਰ ਆਪਣੇ ਲਈ ਪ੍ਰਜਾ ਇਕੱਠੀ ਕਰਦਾ ਰਹਿੰਦਾ ਹੈ ਤਾਂ ਜੋ ਚੜ੍ਹਦੇ ਸੂਰਜ ਤੋਂ ਲੈ ਕੇ ਲਹਿੰਦੇ ਤੱਕ ਇੱਕ ਸ਼ੁੱਧ ਕੁਰਬਾਨੀ ਤੇਰੇ ਪਵਿੱਤਰ ਨਾਮ ਦੇ ਲਈ ਚੜਾਈ ਜਾਵੇ। ਇਸ ਲਈ ਹੈ ਪ੍ਰਭੂ ਅਸੀਂ ਹਲੀਮੀ ਨਾਲ ਤੇਰੇ ਅੱਗੇ ਮਿਹਨਤ ਕਰਦੇ ਹਾਂ ਕਿ ਆਪਣੇ ਮਹਿਰ ਦੇ ਨਾਲ ਉਹੀ ਰੂਹ ਪਾਕ ਦੇ ਰਾਹੀਂ ਇਹਨਾਂ ਨਜ਼ਰਾਨੇ ਨੂੰ ਪਵਿੱਤਰ ਕਰ ਜੋ ਅਸੀਂ ਤੇਰੀ ਪਾਕ ਹਜ਼ੂਰੀ ਵਿੱਚ ਲੈ ਕੇ ਆਏ ਹਾਂ, ਤਾਂ ਜੋ ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ, ਜਿਸ ਦੇ ਹੁਕਮ ਦੇ ਨਾਲ ਅਸੀਂ ਇਹਨਾਂ ਮਹਾਨ ਭੇਦਾਂ ਨੂੰ ਮਨਾਉਂਦੇ ਹਾਂ। ਜਿਸ ਰਾਤ ਉਸ ਦਾ ਵਿਸ਼ਵਾਸਘਾਤ ਕੀਤਾ ਗਿਆ ਉਸਨੇ ਰੋਟੀ ਲਈ ਤੇ ਧੰਨਵਾਦ ਕਰਦਿਆਂ ਬਰਕਤ ਦਿੱਤੀ, ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਆਖਦੇ ਹੋਏ ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਦੇ ਪਿੱਛੋਂ ਉਸਨੇ ਪਿਆਲਾ ਲਿਆ ਤੇ ਧੰਨਵਾਦ ਕਰਦਿਆਂ ਬਰਕਤ ਦਿੱਤੀ, ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਆਖਦੇ ਹੋਏ ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ ਜੋ ਤੁਹਾਡੇ ਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਦੇ ਲਈ ਵਹਾਇਆ ਜਾਵੇਗਾ। ਮੇਰੀ ਯਾਦ ਦੇ ਵਿੱਚ ਇਹ ਕਰਿਆ ਕਰੋ। ईमान दा भेद मसीहा मर गया है, मसीहा जी उठा है, मसीहा महिमा दे नाल आसमानों फिर आवेगा। है प्रभु, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸ ਦੇ ਜੀਵਨ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਦੇ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਦੇ ਵਿੱਚ ਹਿੱਸਾ ਲੈਣ ਦੇ ਦੁਆਰਾ ਅਸੀਂ ਰੂਹ ਪਾਕ ਦੀ ਰਾਹੀਂ ਏਕਤਾ ਦੇ ਵਿੱਚ ਬੱਝੇ ਰਹੀਏ। ਹੈ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪ ਸਾਹਿਬਾਨ ਫ੍ਰੈਂਕੋ ਤੇ ਅਗਨੈਲੋ ਤੇ ਸਾਰੇ ਪ੍ਰਭੂਤਾਂ ਦੇ ਨਾਲ ਪਿਆਰ ਦੀ ਸੰਪੂਰਨਤਾ ਦੇ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀਠਨ ਦੀ ਉਮੀਦ ਦੇ ਨਾਲ ਸੋ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਦੇ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚੰਨ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਤੇ ਦਇਆ ਕਰ ਤਾਂ ਜੋ ਧੰਨ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਧੰਨ ਰਸੂਲਾਂ, ਸੰਤ ਐਂਥਨੀ ਅਤੇ ਤੇਰੇ ਸਾਰੇ ਸੰਤਾਂ ਦੇ ਨਾਲ ਜਿਨ੍ਹਾਂ ਨੇ ਸਾਰੇ ਯੁਗਾਂ ਦੇ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀਵੀ ਜੀਵਨ ਦੇ ਵਾਰਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ।
ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਐ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਪਾਕ ਦੀ ਏਕਤਾ ਦੇ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ ਸਦਾ ਤੋਂ ਸਦਾ ਤੀਕ। ਆਮੀਨ। ਅਸੀਂ ਖੁਦਾ ਨੂੰ ਆਪਣਾ ਬਾਪ ਪਾ ਕੇ ਪੁਕਾਰੀਏ ਜਿਸ ਤਰ੍ਹਾਂ ਸਾਡੇ ਮੁਕਤੀਦਾਤਾ ਨੇ ਸਾਨੂੰ ਆਪ ਸਿਖਾਇਆ ਹੈ। ਐ ਸਾਡੇ ਬਾਪ ਜਿਹੜਾ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ। ਸਾਡੇ ਰੋਜ਼ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰਾਂ ਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਆਮੀਨ। ਐ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਦੇ ਨਾਲ ਸਾਡੇ ਦਿਨਾਂ ਦੇ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਦੇ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਇਸ ਮਸੀਹ ਸਾਡੇ ਮੁਕਤੀਦਾਤੇ ਦੀ ਆਉਣ ਦੀ ਉਡੀਕ ਕਰਦੇ ਹਾਂ। ਜੋ ਰਾਜ ਕੁਦਰਤ ਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹਾ ਤੂੰ ਆਪਣੇ ਰਸੂਲਾਂ ਨੂੰ ਆਖਿਆ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਇਮਾਨ ਨੂੰ ਵੇਖ ਅਤੇ ਉਸ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਨਾਲ ਵੀ ਹੋਵੇ। ਆਓ ਅਸੀਂ ਆਪੋ ਵਿੱਚ ਸ਼ਾਂਤੀ ਸਲਾਮ ਦੇਈਏ। ਵੇਖੋ ਖੁਦਾ ਦਾ ਲੇਲਾ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਅਸੀਂ ਜੋ ਉਸ ਦੇ ਮਹਾਭੋਜ ਦੇ ਲਈ ਸੱਦੇ ਗਏ ਹਾਂ। ਪ੍ਰਭੂ ਮੇਰੇ ਸ਼ਲੋਕ ਨਹੀਂ ਕਿ ਤੂੰ ਮੇਰੀ ਸਾਥ ਨਹੀਂ ਆਵੇਂ, ਪਰ ਇੱਕ ਵਚਨ ਕਰੇ ਜੋ ਚੰਗੀ ਹੋ ਜਾਵੇ। यीशु से ਤੇਰਾ ਪਿਆਰਾ ਬੇਟਾ ਰੋਟੀ ਦੇ ਰੂਪ ਵਿੱਚ ਸਾਰੇ ਦਿਲਾਂ ਵਿੱਚ ਆਉਣ ਵਾਲਾ ਹੈ। ਸਾਰੇ ਲਈ ਦੁਆ ਕਰ ਤਾਂ ਕਿ ਅਸੀਂ ਵੀ ਤੇਰੇ ਕਰੀਏ। ਐਸਾ ਹੀ ਉਸ ਜਿਸ ਤਰ੍ਹਾਂ ਤੂੰ ਮਸੀਹ ਨੂੰ ਪਾਲਿਆ ਉਸੇ ਤਰ੍ਹਾਂ ਸਾਨੂੰ ਉਹਦੀ ਸੇਵਾ ਕਰਨੀ ਸਿਖਾ। ਆਮੀਨ।
ਆਏ ਅਲਾ ਯਿਸੂ ਜਿਹੜਾ ਸੱਚਮੁੱਚ ਮੇਰੇ ਦਿਲ ਵਿੱਚ ਆਇਆ ਹੈ, ਮੈਂ ਸਾਰਿਆਂ ਫਰਿਸ਼ਤਿਆਂ ਅਤੇ ਪਾਕ ਲੋਕਾਂ ਨਾਲ ਤੈਨੂੰ ਸਿਜਦਾ ਕਰਦਾ ਹਾਂ। ਤੂੰ ਮੇਰਾ ਖਾਲਕ ਅਤੇ ਮਾਲਿਕ ਹੈ, ਸਦਾ ਤੀਕਰ ਅਤੇ ਸਾਰੀ ਜ਼ਮੀਨ ਦੇ ਕੰਢਿਆਂ ਤੀਕਰ ਤੇਰੀ ਬਜ਼ੁਰਗੀ, ਵਡਿਆਈ ਅਤੇ ਬੰਦਗੀ ਕੀਤੀ ਜਾਵੇ। ਹਾਏ ਮਿਹਰਬਾਨ ਯਿਸੂ, ਮੈਂ ਤੇਰੀਆਂ ਰਹਿਮਤਾਂ ਦੇ ਬਦਲੇ ਤੈਨੂੰ ਕੀ ਦੇਵਾਂ? ਮੈਂ ਕਾਕਾ ਤੇ ਮਿੱਟੀ, ਕਿਸ ਤਰ੍ਹਾਂ ਤੇਰਾ ਸ਼ੁਕਰ ਕਰਾਂ? ਮੈਂ ਤੇਰੀਆਂ ਰਹਿਮਤਾਂ ਦੇ ਗੀਤ ਸਦਾ ਗਾਵਾਂਗਾ। ਮੈਂ ਆਪਣੇ ਬਦਨ ਦੇ ਰੂਹ, ਖਿਆਲਾਂ ਤੇ ਦਲੀਲਾਂ, ਗੱਲਾਂ ਤੇ ਕੰਮਾਂ, ਖੁਸ਼ੀਆਂ ਤੇ ਦੁੱਖਾਂ, ਨਾਲੇ ਜ਼ਿੰਦਗੀ ਅਤੇ ਮੌਤ ਨੂੰ ਤੇਰੀ ਨਜ਼ਰ ਕਰਦਾ ਹਾਂ। ਮੇਰੇ ਬਦਨ ਨੂੰ ਲੈ ਲੈ, ਇਹਦੇ ਵਿੱਚ ਵਸ, ਇਹਨੂੰ ਸਭ ਗੁਨਾਹ ਸ਼ਹਿਵਤ ਤੋਂ ਸਾਫ਼ ਰੱਖ। ਮੇਰੀ ਮਰਜ਼ੀ ਨੂੰ ਲੈ ਲੈ, ਇਹਨੂੰ ਆਪਣੀ ਮਰਜ਼ੀ ਉੱਤੇ ਚਲਾ। ਮੇਰੀ ਯਾਦ ਨੂੰ ਲੈ ਲੈ, ਇਹਦੇ ਵਿੱਚ ਰਿਹਾ ਕਰ, ਤਾਂ ਜੋ ਮੈਂ ਤੈਨੂੰ ਕਦੀ ਨਾ ਭੁੱਲਾਂ। ਮੇਰੀ ਅਕਲ ਨੂੰ ਲੈ ਲੈ, ਇਹਨੂੰ ਵਧਾ, ਤਾਂ ਜੋ ਮੈਂ ਤੈਨੂੰ ਵਧੇਕ ਜਾਣਾ ਅਤੇ ਪਿਆਰ ਕਰਾਂ। ਮੈਨੂੰ ਸਾਰੇ ਨੂੰ ਲੈ ਲੈ, ਤਾਂ ਜੋ ਮੈਂ ਸਭ ਕੁਝ ਤੇਰੇ ਪਿਆਰ ਵਾਸਤੇ ਕਰਿਆ ਕਰਾਂਗਾ। ਆਮੀਨ। ਆਏ ਰੂਹ ਮਸੀਹ ਦੀ ਮੈਨੂੰ ਪਾਲ ਕਰ। ਆਏ ਬਦਨ ਮਸੀਹ ਦੇ ਮੈਨੂੰ ਬਚਾ। ਆਏ ਲਹੂ ਮਸੀਹ ਦੇ ਮੈਨੂੰ ਖੁਸ਼ੀ ਨਾਲ ਰਜ਼ਾ। ਆਏ ਪਾਣੀ ਮਸੀਹ ਦੀ ਵੱਖੀ ਦੇ ਮੈਨੂੰ ਧੋ ਦੇ। ਆਏ ਦੁੱਖ ਮਸੀਹ ਦੇ ਮੈਨੂੰ ਮਜ਼ਬੂਤ ਕਰ। ਆਏ ਰਹੀਮ ਯਿਸੂ, ਮਿਹਰਬਾਨੀ ਨਾਲ ਮੇਰੀ ਸੁਣ। ਮੈਨੂੰ ਆਪਣੇ ਜ਼ਖਮਾਂ ਆਪਣੇ ਕੋਲੋਂ ਵੱਖ ਨਾ ਹੋਣ ਦੇ। ਮੈਨੂੰ ਸ਼ੈਤਾਨ ਵੈਰੀ ਤੋਂ ਬਚਾ ਅਤੇ ਮਰਨ ਦੇ ਵੇਲੇ ਮੈਨੂੰ ਆਪਣੇ ਕੋਲ ਬੁਲਾ। ਮੈਨੂੰ ਆਪਣੇ ਕੋਲ ਆਉਣ ਦਾ ਹੁਕਮ ਦੇ, ਤਾਂ ਜੋ ਮੈਂ ਤੇਰੇ ਪਾਕ ਲੋਕਾਂ ਨਾਲ ਸਦਾ ਤੀਕਰ ਤੇਰੀ ਵਡਿਆਈ ਕਰਦਾ ਰਹਾਂ। ਆਮੀਨ। ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ, ਆਪਣੇ ਲੋਕਾਂ ਦੀ ਸਹਾਇਤਾ ਕਰ, ਜਿਨ੍ਹਾਂ ਨੂੰ ਤੂੰ ਇਹਨਾਂ ਪਾਕ ਭੇਦਾਂ ਨੂੰ ਮਨਾਉਣ ਦਾ ਫਜ਼ਲ ਦਿੱਤਾ ਹੈ। ਬਖਸ਼ ਦੇ ਕਿ ਅਸੀਂ ਗੁਨਾਹਾਂ ਦੇ ਰਾਹੀਂ ਹੋਣ ਵਾਲੀ ਬਰਬਾਦੀ ਤੋਂ ਲੰਘ ਕੇ ਨਵੇਂ ਜੀਵਨ ਦੀ ਭਰਪੂਰੀ ਵਿੱਚ ਪਹੁੰਚਣ ਦੀ ਕਾਮਯਾਬੀ ਪਾ ਸਕੀਏ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਮ ਹੋਵੇ। ਅਤੇ ਤੁਹਾਡੇ ਨਾਲ ਵੀ ਹੋਵੇ। ਸ਼ਕਤੀਮਾਨ ਪਾਕ ਤਸਲੀਸ ਖੁਦਾ, ਬਾਪ ਤੇ ਬੇਟਾ ਤੇ ਰੂਹ ਪਾਕ ਤੁਹਾਨੂੰ ਆਪਣੀ ਬਰਕਤਾਂ ਨਾਲ ਹਮੇਸ਼ਾ ਭਰਪੂਰ ਰੱਖੇ। ਆਮੀਨ। ਪਾਕ ਮਾਜ਼ੀ ਮਹਾਨ ਕੁਰਬਾਨੀ ਚੜਾਈ ਗਈ। ਪ੍ਰਭੂ ਯਿਸੂ ਮਸੀਹ ਦੇ ਪਿਆਰ ਅਤੇ ਸ਼ਾਂਤੀ ਦੇ ਵਿੱਚ ਜਾਓ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ। ਆਏ ਨਹਾਇਤ ਮਿਹਰਬਾਨ ਕੁਆਰੀ ਮਰੀਮ, ਤੇਰੀ ਬੇਨਤੀ ਸੁਣਿਆ ਗਿਆ। ਕੋਈ ਵੀ ਤੇਰੇ ਨਾਲ ਆਉਂਦੇ ਹਨ, ਤੇਰੀ ਮਦਦ ਚਾਹੁੰਦੇ ਹਨ, ਤੇਰੀ ਸਿਫਾਰਿਸ਼ ਮੰਗਦੇ ਹਨ, ਤੂੰ ਖਾਲੀ ਨਾ ਹੋਵੇ। ਮੈਂ ਕੁਆਰੀਆਂ ਦੀ ਤੇ ਮੇਰੀ ਮਾਂ ਬੇਸ਼ੱਕ ਕਦੇ ਨਾ ਮੇਰੇ ਕੋਲ ਦਸਾਂਗਾ। ਤੇਰੇ ਕੋਲੋਂ ਮੈਂ ਕਿਨਾ ਹੀ ਹੋਊਂਗਾ। ਆਏ ਤੇਰੇ ਅਕਰਾਮ ਦੀ ਮਾਂ, ਮੇਰੇ ਅਸਰੋਂ ਕੇ ਨਾ ਜਾਣ, ਸੁਣੋ ਮੇਰੀ ਮਨਸਾ ਸੁਣ ਕੇ ਕਬੂਲ ਕਰੀ। ਆਮੀਨ। ਪਵਿੱਤਰ ਕੁਆਰੀ ਮਰੀਮ, ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। Hallelujah.
हैं।